हाँ जी बच्चों, पहला तो आप जी सारिਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਸੀਏ ਰੁਪਿੰਦਰ ਸਿੰਘ ਔਰ ਮੈਂ ਤੁਹਾਡਾ ਟੀਵੀ ਸਕੂਲ ਦੇ ਵਿੱਚ ਪਹਿਲਾ ਸਵਾਗਤ ਕਰਦਾ ਹਾਂ। ਸਾਡੀ ਪਲੇ ਸਟੋਰ ਦੇ ਉੱਪਰ ਟੀਵੀ ਸਕੂਲ ਦੇ ਨਾਮ ਤੋਂ ਇੱਕ ਐਪ ਵੀ ਲਾਂਚ ਹੋ ਚੁੱਕੀ ਹੈ। ਅਗਰ ਤੁਸੀਂ ਆਪਣੇ ਮੋਬਾਈਲ ਤੇ ਪਲੇ ਸਟੋਰ ਤੋਂ ਐਪ ਡਾਊਨਲੋਡ ਕਰਕੇ ਤੁਸੀਂ ਉੱਥੇ ਵੀ ਇਹ ਸਾਰੇ ਲੈਕਚਰਸ ਦਾ ਹੁਣ ਵਿਊ ਦੇਖਣਾ ਸ਼ੁਰੂ ਕਰੋਗੇ, ਠੀਕ ਹੈ। ਔਰ ਅਸੀਂ ਤੁਹਾਡੇ ਲਈ ਹੁਣ +1 ਅਕਾਊਂਟਸ ਦਾ ਜੋ ਫਸਟ ਟਾਈਮ ਅਸੀਂ ਇੰਟਰੋਡਿਊਸ ਕਰ ਰਹੇ ਹਾਂ, +1 ਅਕਾਊਂਟੈਂਸੀ, ਅਸੀਂ ਉਹਦਾ ਬੈਚ ਤੁਹਾਡੇ ਸਾਹਮਣੇ ਹੁਣ ਲੈ ਕੇ ਆਏ ਹਾਂ। ਔਰ +1 ਅਕਾਊਂਟਸ ਦੇ ਵਿੱਚ ਮੇਰਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਐਜ਼ ਵੈਲ ਐਜ਼ ਸੈਂਟਰਲ ਬੋਰਡ ਆਫ ਸਕੂਲ ਐਜੂਕੇਸ਼ਨ ਦੋਨੋਂ ਦੇ ਬੱਚਿਆਂ ਨੂੰ ਰੈਲੀਵੈਂਟ ਰੱਖ ਕੇ ਮੈਂ ਸਾਰੀ ਡਿਸਕਸ਼ਨ ਕਰਾਂਗਾ। ਔਰ ਤੁਹਾਡੇ ਨਾਲ ਜਿਹੜੀ ਵੀ ਸਾਰੀ ਡਿਸਕਸ਼ਨ ਹੋਏਗੀ, ਅਗਰ ਤੁਹਾਨੂੰ ਉਸ ਡਿਸਕਸ਼ਨ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ, ਕੋਈ ਵੀ ਤੁਹਾਡੀ ਅਗਰ ਕੁਐਰੀਜ਼ ਆਉਂਦੀਆਂ ਨੇ, ਤਾਂ ਤੁਸੀਂ ਟੀਵੀ ਸਕੂਲ ਦੀ ਵੈਬਸਾਈਟ ਤੇ ਜਾ ਕੇ ਜੋ ਵੀ ਉਹਨਾਂ ਦੇ WhatsApp ਕੰਟੈਕਟ ਨੰਬਰ ਨੇ ਜਾਂ ਤੁਸੀਂ ਜੋ ਵੀ ਉਹਨਾਂ ਦੀ ਈਮੇਲ ਆਈਡੀਜ਼ ਨੇ, ਤੁਸੀਂ ਉਹਨਾਂ ਦੀ ਈਮੇਲ ਆਈਡੀਜ਼ ਤੇ ਜਾਂ ਉਹਨਾਂ ਦੇ ਤੁਸੀਂ WhatsApp ਦੇ ਕੰਟੈਕਟ ਨੰਬਰਸ ਜਿਹੜੇ ਨੇ, ਤੁਸੀਂ ਉਹਨਾਂ ਦੇ ਉੱਪਰ ਆਪਣੀ ਕੁਐਰੀ ਛੱਡ ਸਕਦੇ ਹੋ। ਔਰ ਐਜ਼ अर्ਲੀ ਐਜ਼ ਪੋਸੀਬਲ ਕਿ ਇਹ ਕੁਐਰੀਜ਼ ਮੇਰੇ ਕੋਲ ਪਹੁੰਚ ਜਾਣਗੀਆਂ ਔਰ ਮੈਂ ਤੁਹਾਨੂੰ ਉਸ ਕੁਐਰੀਜ਼ ਦਾ ਬੇਟੇ ਉਸ ਮੇਲ ਦੇ ਥਰੂ ਜਾਂ WhatsApp ਦੇ ਥਰੂ ਤੁਹਾਨੂੰ ਕੁਐਰੀਜ਼ ਦਾ ਮੈਂ ਆਨਸਰ ਦੇ ਦਿਆ ਕਰਾਂਗਾ, ਠੀਕ ਹੈ। ਔਰ ਪਲੀਜ਼ ਨੋਟ ਕਰਨਾ ਕਿ ਤੁਸੀਂ ਅੱਜ ਤੋਂ ਇਹ ਲੈਕਚਰਸ ਆਪਣਾ ਮੋਬਾਈਲ ਦੇ ਉੱਤੇ ਵੀ ਪਲੇ ਸਟੋਰ ਦੇ ਉੱਤੋਂ ਆਪਣੀ ਐਪ ਡਾਊਨਲੋਡ ਕਰੋ, ਜਿਹੜੀ ਆਪਣਾ ਟੀਵੀ ਸਕੂਲ ਦੇ ਨਾਮ ਤੇ ਸਾਡੀ ਇਹ ਐਪ ਹੈਗੀ ਹੈ। ਔਰ ਤੁਸੀਂ ਉੱਥੇ ਵੀ ਹੁਣ ਅੱਜ ਤੋਂ ਬਾਅਦ 9th 10th 11th 12th ਦੇ ਸਾਰੇ ਲੈਕਚਰਸ ਦਾ ਵਿਊ ਦੇਖ ਸਕਦੇ ਹੋ, ਠੀਕ ਹੈ। ਔਰ ਅਕਾਊਂਟੈਂਸੀ ਦਾ ਵੀ ਸਾਰਾ ਬੈਚ ਜਿਹੜਾ ਹੋਏਗਾ ਔਰ ਟੀਵੀ ਸਕੂਲ ਦੀ ਉਸ ਐਪ ਦੇ ਉੱਪਰ ਅਪਲੋਡ ਟਾਈਮ ਟੂ ਟਾਈਮ ਕਰ ਦਿੱਤਾ ਜਾਏਗਾ, ਠੀਕ ਹੈ ਜੀ। ਅੱਛਾ ਬੇਟੇ, ਹੁਣ ਆਪਾਂ ਡਿਸਕਸ਼ਨ ਕਰਦੇ ਹਾਂ ਕਿ ਜੋ ਆਪਾਂ ਇੱਕ ਨਵਾਂ ਸਬਜੈਕਟ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਕਾਮਰਸ ਦੇ ਸਟੂਡੈਂਟਸ ਵਾਸਤੇ, ਜੋ ਬੱਚੇ ਹਲੇ 10th ਨੂੰ ਕਲੀਅਰ ਕੀਤਾ ਹੈ ਜਾਂ ਜਿਨ੍ਹਾਂ ਦੇ ਹਜੇ 10th ਦੇ ਐਗਜ਼ਾਮਸ ਦੇ ਚੁੱਕੇ ਨੇ, ਜਿਨ੍ਹਾਂ ਦੇ ਰਿਜ਼ਲਟ ਅਵੇਟਡ ਨੇ, ਔਰ ਉਹਨਾਂ ਦੇ ਲਈ ਸਾਡਾ ਇੱਕ ਬੈਚ ਇੰਟਰੋਡਿਊਸ ਹੋਇਆ ਹੈ 10+1 ਕਾਮਰਸ ਅਕਾਊਂਟਸ। ਔਰ ਬੇਸਿਕਲੀ ਸਾਡੇ ਇਸ ਸਬਜੈਕਟ ਦਾ ਨਾਮ ਜੋ ਹੈ ਨਾ, ਚਾਹੇ ਆਪਾਂ ਜਿਹੜੀ ਵੀ ਬੁੱਕ ਪੜ੍ਹ ਰਹੇ ਹਾਂ, ਇਸ ਸਬਜੈਕਟ ਦਾ ਨਾਮ ਬੇਟੇ ਹੁੰਦਾ ਹੈ ਐਲੀਮੈਂਟਸ ਆਫ ਬੁੱਕ ਕੀਪਿੰਗ, ਠੀਕ ਹੈ। ਸ਼ਾਰਟ ਫਾਰਮ ਦੇ ਵਿੱਚ ਅਸੀਂ ਇਹਨੂੰ ਅਕਾਊਂਟਸ ਬੋਲ ਦਿੰਦੇ ਹਾਂ, ਪਰ ਪ੍ਰੋਪਰ ਇਸ ਸਬਜੈਕਟ ਦੀ ਜੋ ਪ੍ਰੋਨਾਂਸੀਏਸ਼ਨ ਹੈ ਉਹ ਐਲੀਮੈਂਟਸ ਆਫ ਬੁੱਕ ਕੀਪਿੰਗ ਹੈ। ਕਲੀਅਰ ਹੋ ਰਹੀ ਹੈ ਚੀਜ਼, ਠੀਕ ਹੈ। ਉਹ ਤੁਹਾਡੇ ਨਾਲ ਮੇਰੀ ਡਿਸਕਸ਼ਨ ਹੋਏਗੀ ਕਿ ਐਲੀਮੈਂਟਸ ਆਫ ਬੁੱਕ ਕੀਪਿੰਗ ਔਰ ਬੁੱਕ ਕੀਪਿੰਗ ਦੇ ਅੰਦਰ ਜੋ ਸਾਡੇ ਸਾਰੇ ਚੈਪਟਰਸ ਹੋਣਗੇ, ਆਪਾਂ ਇੱਕ ਇੱਕ ਕਰਕੇ ਹਰ ਇੱਕ ਚੈਪਟਰ ਦੀ ਤੁਹਾਡੇ ਨਾਲ ਡਿਸਕਸ਼ਨ ਕਰਦੇ ਰਹਾਂਗੇ। ਹਰ ਇੱਕ ਲੈਕਚਰ ਜੋ ਹੋਏਗਾ ਸਾਡਾ 30 ਮਿੰਟਸ ਦੇ ਆਸ-ਪਾਸ ਸਾਡਾ ਇਹ ਲੈਕਚਰ ਹੋਏਗਾ ਔਰ ਤੁਸੀਂ 30 ਮਿੰਟਸ ਦੇ ਵਿੱਚ ਹਰ ਇੱਕ ਟੌਪਿਕ ਨੂੰ ਮੈਂ ਪ੍ਰੋਪਰ ਵੇ ਦੇ ਨਾਲ ਮੈਂ ਤੁਹਾਡੇ ਨਾਲ ਸਾਰੀ ਡਿਸਕਸ਼ਨ ਕਰਾਂਗਾ, ਠੀਕ ਹੈ। ਅਗਰ ਤੁਸੀਂ 10th ਸਟੈਂਡਰਡ ਤੱਕ ਜੋ ਤੁਸੀਂ ਪੜ੍ਹਿਆ ਹੋਇਆ ਹੈ ਉਹ ਮੈਨੂੰ ਮਤਲਬ ਕਿ ਹਜੇ ਨਹੀਂ ਚਾਹੀਦਾ, ਕਿਉਂਕਿ ਅਕਾਊਂਟਸ ਦਾ ਅਪ ਟੂ 10th ਸਟੈਂਡਰਡ ਤੱਕ ਕੋਈ ਵੀ ਲਿੰਕ ਨਹੀਂ ਹੈ। ਅਕਾਊਂਟਸ ਇੱਕ ਆਪਣੇ ਆਪ ਦੇ ਵਿੱਚ ਇੱਕ ਨਵਾਂ ਸਬਜੈਕਟ ਹੈ ਜਿਹਨੂੰ ਆਪਾਂ ਇੱਕ ਲੈਂਗੁਏਜ ਦੀ ਸ਼ੇਪ ਦੇ ਵਿੱਚ ਬੇਟੇ ਪੜ੍ਹਨਾ ਹੈ। ਆਪਾਂ ਲੈਂਗੁਏਜ ਦੀ ਸ਼ੇਪ ਦੇ ਵਿੱਚ ਪੜ੍ਹਾਂਗੇ। ਅਗਰ 10th ਸਟੈਂਡਰਡ ਦੇ ਵਿੱਚ ਤੁਹਾਡਾ ਮੈਥਮੈਟਿਕਸ ਵੀ ਵੀਕ ਹੈ ਤਾਂ ਤੁਸੀਂ ਟੈਨਸ਼ਨ ਨਾ ਲਓ, ਕਿਉਂਕਿ ਮੈਥਮੈਟਿਕਸ ਦਾ ਅਕਾਊਂਟਸ ਨਾਲ ਬੇਟੇ ਕੋਈ ਵੀ ਲਿੰਕ ਨਹੀਂ ਹੁੰਦਾ, ਠੀਕ ਹੈ। ਮੈਥਸ ਆਪਣੇ ਆਪ ਦੇ ਵਿੱਚ ਇੱਕ ਸਬਜੈਕਟ ਹੁੰਦਾ। ਅਗਰ ਆਪਾਂ 10th ਸਟੈਂਡਰਡ ਦੇ ਵਿੱਚ ਬਾਈ ਚਾਂਸ ਮੈਥਸ ਦੇ ਵਿੱਚ ਅਗਰ ਥੋੜ੍ਹਾ ਜਿਹਾ ਅਸੀਂ ਵੀਕ ਵੀ ਸੀਗੇ ਤਾਂ ਆਪਣੇ ਦਿਮਾਗ 'ਤੇ ਤੁਸੀਂ ਇਹ ਟੈਨਸ਼ਨ ਨਹੀਂ ਬਣਾਉਣੀ ਕਿ ਮੇਰੇ ਕੋਲ ਅਕਾਊਂਟਸ ਨਹੀਂ ਹੋਏਗਾ, ਕਿਉਂਕਿ ਕਾਮਰਸ ਜਿਹੜੀ ਹੁੰਦੀ ਹੈ ਉਹਦੇ ਵਿੱਚ ਜੋ ਅਕਾਊਂਟਸ ਹੈ ਉਹਦਾ ਮੈਥਸ ਨਾਲ ਕੋਈ ਲਿੰਕ ਨਹੀਂ ਹੈ। ਜਿਵੇਂ CBSE ਸਟੈਂਡਰਡ ਦੇ ਵਿੱਚ ਉਹਨਾਂ ਨੇ ਆਪਸ਼ਨ ਰੱਖੀ ਹੋਈ ਹੈ ਕਿ ਤੁਸੀਂ ਕਾਮਰਸ ਵਿਦ ਮੈਥਸ ਲੈਣਾ ਚਾਹੁੰਦੇ ਹੋ ਜਾਂ ਕਾਮਰਸ ਵਿਦਆਊਟ ਮੈਥਸ ਲੈਣਾ ਚਾਹੁੰਦੇ ਹੋ, ਤਾਂ ਉਹਦੇ ਵਿੱਚ ਜਿਹੜੇ ਬੱਚੇ ਮੈਥਸ ਲੈਣਾ ਚਾਹੁੰਦੇ ਹੁੰਦੇ ਹੈ ਉਹ ਮੈਥਸ ਨਾਲ ਕਰ ਲੈਂਦੇ ਹੈ। ਜਿਹੜੇ ਬੱਚੇ ਨਹੀਂ ਮੈਥਸ ਲੈਣਾ ਚਾਹੁੰਦੇ ਹੁੰਦੇ ਉਹ ਫਿਜ਼ੀਕਲ ਐਜੂਕੇਸ਼ਨ ਜਾਂ ਅਦਰ ਆਪਸ਼ਨਲਸ ਜਾਂ IT ਨੂੰ ਚੂਜ਼ ਕਰ ਲੈਂਦੇ ਹੁੰਦੇ ਹੈ। ਇਹਦਾ ਮਤਲਬ ਮੈਥਸ ਦਾ ਅਕਾਊਂਟਸ ਦੇ ਨਾਲ ਕੋਈ ਵੀ ਲਿੰਕ ਨਹੀਂ ਹੈ, ਠੀਕ ਹੈ। ਔਰ ਮੇਰੀ ਤੁਹਾਡੇ ਨਾਲ ਜਿਹੜੀ ਵੀ ਡਿਸਕਸ਼ਨ ਹੋਏਗੀ ਮੈਂ ਫਰੋਮ ਦਾ ਵੈਰੀ ਬਿਗਨਿੰਗ ਤੁਹਾਨੂੰ ਐਜ਼ ਅ ਫਰੈਸ਼ਰ ਮੰਨ ਕੇ ਤੁਹਾਡੇ ਨਾਲ ਸਾਰੀ ਡਿਸਕਸ਼ਨ ਕਰਾਂਗਾ ਕਿ ਅਕਾਊਂਟਸ ਕੀ ਹੁੰਦਾ ਹੈ, ਅਕਾਊਂਟਸ ਦੇ ਕਨਸੈਪਟਸ ਕੀ ਹੁੰਦੇ ਹੈ, ਔਰ ਆਪਾਂ ਇੱਕ ਇੱਕ ਕਰਕੇ ਸਾਰੀ ਉਹ ਡਿਸਕਸ਼ਨ ਤੁਹਾਡੇ ਨਾਲ ਕਰਾਂਗੇ। ਫਿਲਹਾਲ ਬੇਟੇ ਸਾਡੀ ਕਲਾਸ ਨੰਬਰ 1 ਹੈ ਔਰ ਕਲਾਸ ਨੰਬਰ 1 ਦੇ ਵਿੱਚ ਮੇਰੀ ਤੁਹਾਡੇ ਨਾਲ ਕਿਸ ਚੀਜ਼ ਦੀ ਡਿਸਕਸ਼ਨ ਹੋਣੀ ਹੈ, ਬੇਸਿਕ ਕਨਸੈਪਟਸ ਆਫ ਅਕਾਊਂਟਿੰਗ, ਠੀਕ ਹੈ। ਸਾਡੇ ਜੋ ਸਬਜੈਕਟ ਦਾ ਨਾਮ ਹੋਏਗਾ ਐਲੀਮੈਂਟਸ ਆਫ ਬੁੱਕ ਕੀਪਿੰਗ ਹੋਏਗਾ। ਔਰ ਸਾਡਾ ਜੋ ਕਲਾਸ ਨੰਬਰ 1 ਹੋਏਗੀ ਇਹਨੂੰ ਆਪਾਂ ਚੈਪਟਰ ਨੰਬਰ 1 ਵੀ ਬੋਲ ਸਕਦੇ ਹਾਂ ਕਿ ਸਾਡਾ ਜੋ ਚੈਪਟਰ ਨੰਬਰ 1 ਤੁਹਾਡੇ ਨਾਲ ਡਿਸਕਸ਼ਨ ਹੋਣੀ ਹੈ ਉਹ ਹੋਣੀ ਹੈ ਬੇਸਿਕ ਕਨਸੈਪਟਸ ਆਫ ਅਕਾਊਂਟਿੰਗ, ਠੀਕ ਹੈ ਜੀ। ਅੱਛਾ ਹੁਣ ਬੇਟੇ ਜਿਹੜਾ ਸਾਡਾ ਚੈਪਟਰ ਨੰਬਰ 1 ਹੈ, ਠੀਕ ਹੈ, ਉਹਨੂੰ ਆਪਾਂ ਕਿੰਨੇ ਟੌਪਿਕਸ ਦੇ ਵਿੱਚ ਡਿਵਾਈਡ ਕਰ ਰਹੇ ਹਾਂ। ਚੈਪਟਰ ਨੰਬਰ 1 ਨੂੰ ਅਸੀਂ ਬੇਟੇ 6 ਟੌਪਿਕਸ ਦੇ ਵਿੱਚ ਡਿਵਾਈਡ ਕਰ ਰਹੇ ਹਾਂ। ਮਤਲਬ ਫਸਟ ਟੌਪਿਕ ਤੁਹਾਡੇ ਨਾਲ ਜਿਹੜੀ ਮੇਰੀ ਡਿਸਕਸ਼ਨ ਹੋਏਗੀ
ਬੇਸਿਕ ਕਨਸੈਪਟਸ ਆਫ ਅਕਾਊਂਟਿੰਗ ਦੇ ਅੰਦਰ ਪਹਿਲਾ ਚੈਪਟਰ ਤੁਹਾਡੇ ਨਾਲ ਮੈਂ ਡਿਸਕਸ਼ਨ ਕਰਾਂਗਾ ਮੀਨਿੰਗ ਆਫ ਬੁੱਕ ਕੀਪਿੰਗ ਐਂਡ ਅਕਾਊਂਟਿੰਗ ਐਂਡ ਇਟਸ ਡਿਫਰੈਂਸ। ਮਤਲਬ ਪਹਿਲਾਂ ਆਪਾਂ ਤੁਹਾਨੂੰ ਬੁੱਕ ਕੀਪਿੰਗ ਸਮਝਾਵਾਂਗੇ, ਬੁੱਕ ਕੀਪਿੰਗ ਤੋਂ ਬਾਅਦ ਤੁਹਾਡੇ ਨਾਲ ਅਕਾਊਂਟਸ ਕੀ ਹੁੰਦਾ ਹੈ ਉਹਦੀ ਡਿਸਕਸ਼ਨ ਕਰਾਂਗੇ, ਔਰ ਫਿਰ ਬੁੱਕ ਕੀਪਿੰਗ ਔਰ ਅਕਾਊਂਟਿੰਗ ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈ ਫਿਰ ਆਪਾਂ ਉਹਦੀ ਡਿਸਕਸ਼ਨ ਕਰਾਂਗੇ। ਠੀਕ ਹੈ, ਇਹ ਸਾਡਾ ਚੈਪਟਰ ਨੰਬਰ 1 ਦੇ ਅੰਦਰ ਫਸਟ ਟੌਪਿਕ ਹੋਏਗਾ। ਠੀਕ ਹੈ ਜੀ। ਅੱਛਾ ਬੇਟੇ, ਸੈਕਿੰਡ ਟੌਪਿਕ ਹੁਣ ਕੀ ਹੋਏਗਾ ਕਿ ਜਦੋਂ ਆਪਾਂ ਅਕਾਊਂਟਿੰਗ ਨੂੰ ਸਮਝ ਲਵਾਂਗੇ ਫਿਰ ਆਪਾਂ ਇੱਕ ਤੁਹਾਡੇ ਸਾਹਮਣੇ ਅਕਾਊਂਟਿੰਗ ਸਾਈਕਲ ਇੱਥੇ ਪ੍ਰਪੇਅਰ ਕਰਾਂਗੇ। ਫਿਰ ਤੁਹਾਡੇ ਨਾਲ ਅਕਾਊਂਟਿੰਗ ਸਾਈਕਲ ਦੀ ਮੈਂ ਡਿਸਕਸ਼ਨ ਕਰਾਂਗਾ ਕਿ ਅਕਾਊਂਟਿੰਗ ਸਾਈਕਲ ਕੀ ਚੀਜ਼ ਹੁੰਦੀ ਹੈ। ਕਲੀਅਰ ਹੋ ਰਹੀ ਚੀਜ਼? ਇਹ ਮੇਰਾ ਟੌਪਿਕ ਨੰਬਰ 2 ਹੋਏਗਾ। ਨੈਕਸਟ ਉਸ ਤੋਂ ਬਾਅਦ ਬੇਟੇ ਸਾਡਾ ਟੌਪਿਕ ਨੰਬਰ 3 ਕੀ ਹੋਏਗਾ? ਅਜ਼ੰਪਸ਼ਨਸ ਆਫ ਅਕਾਊਂਟਿੰਗ। ਕਿ ਜਦੋਂ ਅਸੀਂ ਅਕਾਊਂਟਿੰਗ ਕਰਦੇ ਹੁੰਦੇ ਆ ਸਾਨੂੰ ਕੁਛ ਨਾ ਕੁਛ ਅਜ਼ੰਪਸ਼ਨਸ ਆਪਣੇ ਦਿਮਾਗ ਦੇ ਵਿੱਚ ਰੱਖਣੀਆਂ ਪੈਂਦੀਆਂ। ਅਜ਼ੰਪਸ਼ਨਸ ਦਾ ਮਤਲਬ ਹੁੰਦਾ ਹੈ ਕਿ ਜਦੋਂ ਇੱਕ ਅਕਾਊਂਟੈਂਟ ਅਕਾਊਂਟਿੰਗ ਐਂਟਰੀਜ਼ ਡਾਲੇਗਾ ਜਾਂ ਉਹ ਅਕਾਊਂਟੈਂਟ ਕਲਾਸੀਫਿਕੇਸ਼ਨ ਕਰੇਗਾ ਲੈਜਰ ਅਕਾਊਂਟਸ ਦੇ ਅੰਦਰ ਜਾਂ ਉਹ ਸਮਰਾਈਜ਼ਿੰਗ ਕਰੇਗਾ ਟਰਾਇਲ ਬੈਲੈਂਸ ਦੇ ਅੰਦਰ ਤਾਂ ਆਪਣੇ ਦਿਮਾਗ ਦੇ ਵਿੱਚ 3 ਅਜ਼ੰਪਸ਼ਨਸ ਨੂੰ ਬਿਠਾ ਕੇ ਚੱਲੇਗਾ। ਉਹ 3 ਅਜ਼ੰਪਸ਼ਨਸ ਮੈਂ ਤੁਹਾਡੇ ਨਾਲ ਡਿਸਕਸ਼ਨ ਕਰਾਂਗਾ, ਗੋਇੰਗ ਕੰਸਰਨ, ਕੰਸਿਸਟੈਂਸੀ ਐਂਡ ਅਕਰੂਅਲ ਬੇਸਿਸ। ਕਲੀਅਰ ਹੋ ਰਹੀ ਚੀਜ਼? ਔਰ ਉਹ ਸਾਡਾ ਟੌਪਿਕ ਨੰਬਰ ਕਿਹੜਾ ਹੋਏਗਾ? 3rd। ਦੈਨ ਬੇਟੇ ਆਪਾਂ 4th ਟੌਪਿਕ ਦੇ ਉੱਤੇ ਆਵਾਂਗੇ। 4th ਟੌਪਿਕ ਦੀ ਤੁਹਾਡੇ ਨਾਲ ਜੋ ਡਿਸਕਸ਼ਨ ਹੋਏਗੀ ਉਹ ਹੋਏਗੀ ਕਨਸੈਪਟਸ ਆਫ ਅਕਾਊਂਟਿੰਗ। ਬੇਟੇ ਕਨਸੈਪਟਸ ਆਫ ਅਕਾਊਂਟਿੰਗ ਕਰਨੇ ਬਹੁਤ ਜ਼ਰੂਰੀ ਹੈ ਅਗਰ ਆਪਾਂ ਆਪਣੇ ਅਕਾਊਂਟਸ ਦੇ ਰੂਟਸ ਨੂੰ ਸਟਰੋਂਗ ਕਰਨਾ ਹੈ। ਅਗਰ ਆਪਾਂ ਆਪਣੇ ਕਨਸੈਪਟਸ ਨੂੰ ਸਟਰੋਂਗ ਕਰਨਾ ਹੈ ਤਾਂ ਸਾਨੂੰ ਕਨਸੈਪਟਸ ਆਫ ਅਕਾਊਂਟਿੰਗ ਆਉਣਾ ਬਹੁਤ ਜ਼ਰੂਰੀ ਹੈ। ਇਸ ਕਨਸੈਪਟਸ ਆਫ ਅਕਾਊਂਟਿੰਗ ਦੇ ਅੰਦਰ ਤੁਹਾਡੇ ਨਾਲ ਮੈਂ ਇੱਕ ਇੱਕ ਕਰਕੇ ਸਾਰੇ ਕਨਸੈਪਟਸ ਦੀ ਡਿਸਕਸ਼ਨ ਕਰਾਂਗਾ, ਜਿਹਦੇ ਵਿੱਚ ਆਪਾਂ ਪ੍ਰੂਡੈਂਸ ਕਨਸੈਪਟ ਦੀ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ, ਜਿਹਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ ਡੂਅਲ ਐਸਪੈਕਟ ਕੀ ਹੁੰਦਾ ਹੈ, ਸਬਸਟੈਂਸ ਓਵਰ ਫਾਰਮ ਕੀ ਹੁੰਦੇ ਨੇ, ਮਟੀਰੀਅਲਿਟੀ ਕਨਸੈਪਟਸ ਕੀ ਹੁੰਦੇ ਹੈ। ਇੱਕ ਇੱਕ ਕਰਕੇ ਸਾਡੇ ਸਾਰੇ ਕਨਸੈਪਟਸ ਜਿਹੜੇ ਹੋਣਗੇ, ਬਿਜ਼ਨਸ ਐਂਟੀਟੀ ਕਨਸੈਪਟ ਹੋ ਗਿਆ, ਉਹ ਸਾਰੀ ਡਿਸਕਸ਼ਨ ਜਿਹੜੀ ਹੋਏਗੀ ਇਸ ਕਨਸੈਪਟਸ ਦੇ ਵਿੱਚ ਹੋਏਗੀ। ਦੈਨ ਬੇਟੇ 5th ਟੌਪਿਕ ਜੋ ਇਸ ਚੈਪਟਰ ਦਾ ਹੋਏਗਾ ਉਹਦੇ ਵਿੱਚ ਮੈਂ ਤੁਹਾਨੂੰ ਸਮਝਾਉਂਗਾ ਕਿ ਐਸੈਟਸ ਕੀ ਹੁੰਦੀਆਂ ਨੇ, ਲਾਇਬਿਲਿਟੀਜ਼ ਕੀ ਹੁੰਦੀਆਂ ਨੇ ਔਰ ਐਂਡ ਇਟਸ ਟਾਈਪਸ। ਮਤਲਬ ਆਪਾਂ ਐਸੈਟਸ ਨੂੰ ਪਹਿਲਾਂ ਸਮਝਾਂਗੇ ਕਿ ਐਸੈਟ ਹੁੰਦੀ ਕੀ ਹੈ, ਔਰ ਫਿਰ ਆਪਾਂ ਲਾਇਬਿਲਿਟੀਜ਼ ਨੂੰ ਸਮਝਾਂਗੇ ਕਿ ਲਾਇਬਿਲਿਟੀਜ਼ ਕੀ ਹੁੰਦੀਆਂ ਨੇ। ਦੈਨ ਉਸ ਤੋਂ ਬਾਅਦ ਕਿੰਨੀ ਟਾਈਪਸ ਆਫ ਐਸੈਟਸ ਹੁੰਦੀਆਂ ਨੇ ਔਰ ਕਿੰਨੀ ਟਾਈਪਸ ਆਫ ਸਾਡੀਆਂ ਕੀ ਹੁੰਦੀਆਂ ਨੇ, ਲਾਇਬਿਲਿਟੀਜ਼ ਹੁੰਦੀਆਂ ਨੇ। ਠੀਕ ਹੈ ਜੀ। ਔਰ ਲਾਸਟ ਡਿਸਕਸ਼ਨ ਜੋ ਹੋਏਗੀ ਇਸ ਚੈਪਟਰ ਦੀ ਉਹ ਹੋਏਗੀ ਮੀਨਿੰਗ ਆਫ ਐਕਸਪੈਂਸਿਸ ਐਂਡ ਇਨਕਮਸ। ਠੀਕ ਹੈ, ਕਿ ਐਕਸਪੈਂਸਿਸ ਔਰ ਐਕਸਪੈਂਡੀਚਰਸ, ਇੱਕ ਵਰਡ ਇੱਥੇ ਹੋਰ ਆਉਂਦਾ ਹੁੰਦਾ ਹੈ ਐਕਸਪੈਂਡੀਚਰਸ। ਨਾਰਮਲੀ ਮਤਲਬ ਕਿ ਜੋ ਪਰਸਨ ਹੁੰਦੇ ਹੈ ਜਾਂ ਆਪਾਂ ਅਗਰ ਕਾਮਰਸ ਫੀਲਡ ਦੇ ਨਹੀਂ ਆ ਤਾਂ ਅਸੀਂ ਐਕਸਪੈਂਸ ਔਰ ਐਕਸਪੈਂਡੀਚਰ ਨੂੰ ਇੱਕੋ ਹੀ ਮੰਨ ਲੈਂਦੇ ਹਾਂ, ਜਦਕਿ ਬੇਟਾ ਐਕਸਪੈਂਸਿਸ ਔਰ ਐਕਸਪੈਂਡੀਚਰਸ ਦੇ ਵਿੱਚ ਡਿਫਰੈਂਸ ਹੁੰਦਾ ਹੈ। ਉਹ ਤੁਹਾਡੇ ਨਾਲ ਮੈਂ ਇੱਥੇ ਡਿਸਕਸ਼ਨ ਕਰਾਂਗਾ ਕਿ ਐਕਸਪੈਂਸਿਸ ਕੀ ਹੁੰਦੇ ਨੇ ਅਤੇ ਐਕਸਪੈਂਡੀਚਰਸ ਕੀ ਹੁੰਦੇ ਹੈ, ਔਰ ਫਿਰ ਇਨਕਮਸ ਕੀ ਹੁੰਦੀਆਂ ਨੇ ਇਹ ਤੁਹਾਡੇ ਨਾਲ ਡਿਸਕਸ਼ਨ ਹੋਏਗੀ, ਔਰ ਫਾਈਨਲੀ ਇਨਕਮਸ ਔਰ ਐਕਸਪੈਂਡੀਚਰਸ ਦੀਆਂ ਟਾਈਪਸ ਕਿੰਨੀਆਂ ਹੁੰਦੀਆਂ ਨੇ। ਕਲੀਅਰ ਹੋ ਰਹੀ ਹੈ ਚੀਜ਼? ਮਤਲਬ ਜਦੋਂ ਇਹ 6 ਟੌਪਿਕਸ ਦੀ ਤੁਹਾਡੇ ਨਾਲ ਡਿਸਕਸ਼ਨ ਹੋਏਗੀ ਫਿਰ ਸਾਡਾ ਫਸਟ ਚੈਪਟਰ ਕੰਪਲੀਟ ਹੋਏਗਾ ਬੇਸਿਕ ਕਨਸੈਪਟਸ ਆਫ ਅਕਾਊਂਟਿੰਗ। ਠੀਕ ਹੈ, ਮਤਲਬ ਕਿ ਇਹ ਮੇਰਾ ਚੈਪਟਰ ਨੰਬਰ 1 ਹੈ, ਇਹ ਮੇਰਾ ਚੈਪਟਰ ਨੰਬਰ 1 ਹੈ ਜੋ ਆਪਾਂ ਆਉਣ ਵਾਲੀਆਂ 3 ਔਰ 4 ਕਲਾਸਿਸ ਦੇ ਵਿੱਚ ਡਿਸਕਸ਼ਨ ਕਰਾਂਗੇ। ਠੀਕ ਹੈ, ਦਿਸ ਵਨ ਇਜ਼ ਦਾ ਚੈਪਟਰ ਨੰਬਰ 1। ਕਲਾਸ ਨੰਬਰ 1 ਦੇ ਵਿੱਚ ਤੁਹਾਡੇ ਨਾਲ ਫਸਟ ਟੌਪਿਕ ਦੀ ਡਿਸਕਸ਼ਨ ਹੋਏਗੀ। ਨੈਕਸਟ ਕਲਾਸਿਸ ਦੇ ਵਿੱਚ ਨੈਕਸਟ ਆਪਾਂ ਡਿਸਕਸ਼ਨਸ ਕਰਾਂਗੇ। ਇਹ ਨਹੀਂ ਹੈ ਕਿ ਕਲਾਸ ਨੰਬਰ 1 ਦੇ ਵਿੱਚ ਸਾਰਾ ਬੇਸਿਕ ਕਨਸੈਪਟਸ ਖਤਮ ਹੋ ਜਾਏਗਾ। ਬੇਸਿਕ ਕਨਸੈਪਟ ਸਾਡੇ ਚੈਪਟਰ ਦਾ ਨਾਮ ਹੈ, ਉਹਨੂੰ ਆਪਾਂ ਫਰਦਰ ਜਿੰਨੀਆਂ ਕਲਾਸਿਸ ਦੇ ਵਿੱਚ ਸਾਡਾ ਕੰਪਲੀਟ ਹੋਏਗਾ ਅਸੀਂ ਬੇਸਿਕ ਕਨਸੈਪਟਸ ਦੀ ਕੰਪਲੀਸ਼ਨ ਕਰਾਂਗੇ। ਠੀਕ ਹੈ, ਫਿਲਹਾਲ ਬੇਟੇ ਆਪਾਂ ਮੂਵ ਕਰਦੇ ਹਾਂ ਆਪਣੇ ਟੌਪਿਕ ਨੰਬਰ 1 ਦੇ ਉੱਪਰ ਕਿ ਬੁੱਕ ਕੀਪਿੰਗ ਕੀ ਹੁੰਦੀ ਹੈ ਔਰ ਅਕਾਊਂਟਿੰਗ ਕੀ ਹੁੰਦੀ ਹੈ। ਠੀਕ ਹੈ, ਹੁਣ ਪਹਿਲਾਂ ਤੁਸੀਂ ਸਮਝੋ ਯਾਰਾ ਬੁੱਕ ਕੀਪਿੰਗ ਔਰ ਅਕਾਊਂਟਿੰਗ ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈ। ਹਾਂਜੀ ਬੇਟੇ, ਹੁਣ ਤੁਹਾਡੇ ਨਾਲ ਆਪਾਂ ਟੌਪਿਕ ਨੰਬਰ 1 ਦੀ ਡਿਸਕਸ਼ਨ ਕਰਦੇ ਹਾਂ। ਟੌਪਿਕ ਨੰਬਰ 1 ਦੇ ਵਿੱਚ ਮੀਨਿੰਗ ਆਫ ਅਕਾਊਂਟਿੰਗ ਔਰ ਐਜ਼ ਵੈਲ ਐਜ਼ ਮੀਨਿੰਗ ਆਫ ਬੁੱਕ ਕੀਪਿੰਗ ਔਰ ਇਟਸ ਡਿਫਰੈਂਸ, ਇਹਦੀ ਡਿਸਕਸ਼ਨ ਆਪਾਂ ਤੁਹਾਡੇ ਨਾਲ ਕਰਦੇ ਹਾਂ ਕਿ ਬੁੱਕ ਕੀਪਿੰਗ ਕੀ ਹੁੰਦਾ ਹੈ ਔਰ ਅਕਾਊਂਟਿੰਗ ਕੀ ਹੁੰਦਾ ਹੈ ਔਰ ਅਕਾਊਂਟਿੰਗ ਔਰ ਬੁੱਕ ਕੀਪਿੰਗ ਦਾ ਡਿਫਰੈਂਸ ਕੀ ਹੋਏਗਾ। ਕਲੀਅਰ ਹੋ ਰਹੀ ਹੈ ਚੀਜ਼? ਠੀਕ ਹੈ। ਅੱਛਾ, ਹੁਣ ਤੁਸੀਂ ਦੇਖੋ ਬੇਟੇ ਆਪਾਂ ਬੁੱਕ ਕੀਪਿੰਗ ਨੂੰ ਸਟਾਰਟ ਕਰਨ ਤੋਂ ਪਹਿਲਾਂ ਇੱਕ ਮੈਂ ਤੁਹਾਡੇ ਨਾਲ ਇੱਕ ਸਿੰਪਲ ਜਿਹੀ ਐਗਜ਼ਾਮਪਲ ਲੈਣਾ ਵਾ। ਬੁੱਕ ਕੀਪਿੰਗ, ਤੁਸੀਂ 2 ਮਿੰਟ ਜਰਾ ਵੈਸੇ ਹੀ ਇੰਗਲਿਸ਼ ਦੇ ਵਿੱਚ ਸੋਚੋ ਇਹਨੂੰ ਕਿ ਬੁੱਕ ਕੀਪਿੰਗ ਦਾ ਮਤਲਬ ਕੀ ਹੈ। ਦੇਖੋ ਬੁੱਕ ਦਾ ਮਤਲਬ ਆਪਾਂ ਅਗਰ 10th ਸਟੈਂਡਰਡ ਤੱਕ ਦੇਖੀਏ, ਤੁਸੀਂ ਜਦੋਂ 10th ਸਟੈਂਡਰਡ 'ਚ ਹੁੰਦੇ ਸੀਗੇ, ਬੁੱਕ ਕੀਪਿੰਗ ਦੇ ਵਿੱਚ ਬੁੱਕ ਦੇ ਵਿੱਚ ਤੁਹਾਡੀ ਨੋਟਬੁੱਕ ਵੀ ਕਵਰਡ ਹੋ ਰਹੀ ਹੈ ਔਰ ਬੁੱਕ ਦੇ ਅੰਦਰ ਤੁਹਾਡੀ ਬੇਟੇ ਟੈਕਸਟ ਬੁੱਕ ਵੀ ਕਵਰਡ ਹੋ ਰਹੀ ਹੈ। ਅਗਰ ਤੁਹਾਨੂੰ ਸਕੂਲ ਦਾ ਟੀਚਰ ਬੋਲਦਾ ਸੀਗਾ ਕਿ ਤੁਸੀਂ ਆਪਣੀ ਸਾਇੰਸ ਦੀ ਬੁੱਕ ਨਿਕਾਲੋ ਤਾਂ ਤੁਸੀਂ ਸਾਇੰਸ ਦੀ ਟੈਕਸਟ ਬੁੱਕ ਨਿਕਾਲਦੇ ਸੀਗੇ, ਔਰ ਅਗਰ ਮਤਲਬ ਕਿ ਅਗਰ ਤੁਹਾਨੂੰ ਸਕੂਲ ਦੇ ਟੀਚਰ ਨੇ ਬੋਲਿਆ ਕਿ ਬੇਟੇ ਤੁਸੀਂ ਬੁੱਕ ਨਿਕਾਲੋ, ਤੁਹਾਡਾ ਕੋਈ ਕੁਐਸਚਨ ਹੁੰਦਾ ਸੀਗਾ ਕਿ ਕਿਹੜੀ ਬੁੱਕ ਨਿਕਾਲੀਏ, ਟੈਕਸਟ ਬੁੱਕ ਨਿਕਾਲੀਏ ਜਾਂ ਨੋਟਬੁੱਕ ਨਿਕਾਲੀਏ। ਅਗਰ ਉਹ ਬੋਲਦਾ ਸੀ ਟੈਕਸਟ ਬੁੱਕ ਨਿਕਾਲੋ
ਫਿਰ ਤੁਸੀਂ ਪ੍ਰਿੰਟਡ ਫਾਰਮ ਦੇ ਵਿੱਚ ਜਿਹੜੀ ਬੁੱਕ ਹੁੰਦੀ ਹੈ ਟੈਕਸਟ ਬੁੱਕ, ਫਿਰ ਤੁਸੀਂ ਉਹ ਬੁੱਕ ਨਿਕਾਲ ਲੈਂਦੇ ਸੀ। ਅਗਰ ਉਹ ਤੁਹਾਨੂੰ ਬੋਲਦਾ ਸੀਗਾ ਕਿ ਨਹੀਂ ਬੇਟਾ ਤੁਸੀਂ ਕਲਾਸ ਵਰਕ ਕਾਪੀ ਨਿਕਾਲੋ, ਮਤਲਬ ਉਹ ਨੋਟਬੁੱਕ ਬੋਲ ਰਹੇ, ਫਿਰ ਆਪਾਂ ਨੋਟਬੁੱਕ ਓਪਨ ਕਰ ਲੈਂਦੇ ਸੀਗੇ। ਠੀਕ ਹੈ, ਮਤਲਬ ਕਿ ਬੁੱਕ ਇਨ ਸਿੰਪਲ ਸੈਂਸ ਕੋਈ ਵੀ ਹੋ ਸਕਦੀ ਹੈ। ਤੁਹਾਡੀ ਪ੍ਰੈਕਟੀਕਲ ਬੁੱਕ ਹੋ ਸਕਦੀ ਹੈ, ਤੁਹਾਡੀ ਮੈਥਸ ਦੀ ਬੁੱਕ ਹੋ ਸਕਦੀ ਹੈ, ਤੁਹਾਡੀ ਮੈਥਸ ਦੀ ਨੋਟਬੁੱਕ ਹੋ ਸਕਦੀ ਹੈ, ਤੁਹਾਡੀ ਰਫ ਬੁੱਕ ਹੋ ਸਕਦੀ ਹੈ, ਕੋਈ ਵੀ ਬੁੱਕ ਹੋ ਸਕਦੀ ਹੈ। ਅਗਰ ਆਪਾਂ ਇੱਕ ਸਿੰਪਲ ਲੈਂਗੁਏਜ ਦੇ ਵਿੱਚ ਦੇਖੀਏ ਤਾਂ ਬੁੱਕ ਦਾ ਮਤਲਬ ਕੁਝ ਵੀ ਹੋ ਸਕਦਾ ਹੈ। ਠੀਕ ਹੈ, ਅੱਛਾ ਹੁਣ ਕੀਪਿੰਗ ਦਾ ਮਤਲਬ ਕੀ ਹੁੰਦਾ ਹੈ? ਕੀਪਿੰਗ ਦਾ ਮਤਲਬ ਬੇਟੇ ਹੁੰਦਾ ਹੈ ਮੇਨਟੇਨੈਂਸ, ਕਿ ਕਿਸੇ ਚੀਜ਼ ਨੂੰ ਅਸੀਂ ਮੇਨਟੇਨ ਕਰਕੇ ਜਦੋਂ ਰੱਖਦੇ ਹਾਂ ਨਾ, ਉਹਨੂੰ ਬੋਲਦੇ ਆ ਕੀਪਿੰਗ। ਕਲੀਅਰ ਹੋ ਰਹੀ ਚੀਜ਼? ਜਿਵੇਂ ਆਪਾਂ ਕਹਿੰਦੇ ਆ ਹਾਊਸ ਕੀਪਿੰਗ ਸਰਵਿਸਿਜ਼ ਦਾ ਮਤਲਬ ਕੀ ਹੁੰਦਾ ਹੈ ਕਿ ਹਾਊਸ ਨੂੰ ਮੇਨਟੇਨ ਕਰਨ ਦੇ ਲਈ ਜਿਹੜੀ ਆਪਾਂ ਸਰਵਿਸਿਜ਼ ਲੈ ਰਹੇ ਹਾਂ ਉਹ ਹਾਊਸ ਕੀਪਿੰਗ ਸਰਵਿਸਿਜ਼ ਹੋ ਜਾਂਦੀਆਂ। ਕਲੀਅਰ ਹੋ ਰਹੀ ਚੀਜ਼? ਇੱਦਾਂ ਹੀ ਬੁੱਕਸ ਨੂੰ ਆਪਾਂ ਜਿਹੜਾ ਮੇਨਟੇਨ ਕਰਨਾ ਹੈ ਨਾ, ਉਹਨੂੰ ਆਪਾਂ ਕੀ ਬੋਲਾਂਗੇ? ਬੁੱਕ ਕੀਪਿੰਗ। ਕਲੀਅਰ ਹੋ ਰਹੀ ਚੀਜ਼? ਆਪਣੇ ਟੌਪਿਕ ਨੰਬਰ 1 ਦਾ ਕੀ ਨਾਮ ਹੈ? ਮੀਨਿੰਗ ਆਫ ਬੁੱਕ ਕੀਪਿੰਗ ਐਂਡ ਅਕਾਊਂਟਿੰਗ। ਅਕਾਊਂਟਿੰਗ ਦੀ ਡਿਸਕਸ਼ਨ ਬਾਅਦ 'ਚ ਹੋਏਗੀ, ਅਕਾਊਂਟਿੰਗ ਪਹਿਲਾਂ ਨਹੀਂ ਡਿਸਕਸ਼ਨ ਹੋ ਸਕਦੀ। ਅਕਾਊਂਟਿੰਗ ਨੂੰ ਸਮਝਣ ਵਾਸਤੇ ਪਹਿਲਾਂ ਸਾਨੂੰ ਕਿਹੜਾ ਡੋਰ ਕ੍ਰੋਸ ਕਰਨਾ ਪਏਗਾ? ਬੁੱਕ ਕੀਪਿੰਗ ਦਾ। ਪਹਿਲਾਂ ਸਾਨੂੰ ਬੁੱਕ ਕੀਪਿੰਗ ਸਾਡਾ ਸਟੈਪ ਨੰਬਰ 1 ਹੈ। ਜਦੋਂ ਆਪਾਂ ਸਟੈਪ ਨੰਬਰ 1 ਨੂੰ ਫੁੱਲਫਿਲ ਕਰਾਂਗੇ, ਫਿਰ ਸਟੈਪ ਨੰਬਰ 2 ਸਾਡਾ ਅਕਾਊਂਟਿੰਗ ਸ਼ੁਰੂ ਹੋਏਗਾ। ਕਲੀਅਰ ਹੋ ਰਹੀ ਚੀਜ਼? ਅੱਛਾ ਹੁਣ ਮੈਂ ਫਿਰ ਦੁਬਾਰਾ ਬੁੱਕ 'ਤੇ ਆਵਾਂ। ਹੁਣ 10th ਸਟੈਂਡਰਡ ਦੇ ਵਿੱਚ ਸਾਡੀ ਬੁੱਕ ਕੋਈ ਵੀ ਸੀਗੀ, ਰਫ ਬੁੱਕ ਸੀਗੀ, ਕਲਾਸ ਵਰਕ ਦੀ ਨੋਟਬੁੱਕ ਸੀਗੀ, ਕੋਈ ਟੈਕਸਟ ਬੁੱਕ ਸੀਗੀ। ਪਰ ਸਾਡੀ ਬੇਟੇ ਅਕਾਊਂਟਸ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ ਨਾ, ਤਾਂ ਬੁੱਕ ਦਾ ਮਤਲਬ ਹੁੰਦਾ ਵਾ ਬੁੱਕਸ ਆਫ ਅਕਾਊਂਟਸ। ਜਦੋਂ ਆਪਾਂ ਬੋਲ ਦਿੰਦੇ ਹਾਂ ਨਾ ਬੁੱਕਸ ਆਫ ਅਕਾਊਂਟਸ, ਇਹਦਾ ਮਤਲਬ ਅਕਾਊਂਟਸ ਦੇ ਵਿੱਚ ਬਣਨ ਵਾਲੀਆਂ ਜਿੰਨੀਆਂ ਵੀ ਬੁੱਕਸ ਨੇ ਨਾ, ਉਹ ਸਾਰੀਆਂ ਕਵਰਡ ਹੋ ਗਈਆਂ। ਜਿਵੇਂ ਹੁਣ ਫੋਰ ਐਗਜ਼ਾਮਪਲ ਆਪਾਂ ਕਹੀਏ ਕਿ ਯਾਰ ਇਸ ਪੂਰੇ ਵਰਲਡ ਦੇ ਅੰਦਰ ਨਾ, ਇਸ ਪੂਰੀ ਦੁਨੀਆ ਦੇ ਅੰਦਰ ਇੰਡੀਆ ਵੀ ਹੈ, ਪਾਕਿਸਤਾਨ ਵੀ ਹੈ, ਆਸਟ੍ਰੇਲੀਆ ਵੀ ਹੈ, ਅਮਰੀਕਾ ਵੀ ਹੈ, ਇੰਡੋਨੇਸ਼ੀਆ ਵੀ ਹੈ, ਕੈਨੇਡਾ ਵੀ ਹੈ, ਨਿਊਜ਼ੀਲੈਂਡ ਵੀ ਹੈ। ਤਾਂ ਆਪਾਂ ਸਾਰੀ ਕੰਟਰੀਜ਼ ਨੂੰ ਬੋਲਣ ਦੀ ਬਜਾਏ ਆਪਾਂ ਇੱਕ ਹੀ ਪ੍ਰੋਨਾਂਸੀਏਸ਼ਨ ਕਰ ਦਈਏ ਨਾ, ਹੋਲ ਵਰਲਡ। ਹੋਲ ਵੀ ਬੋਲਣ ਦੀ ਲੋੜ ਨਹੀਂ ਹੈ, ਖਾਲੀ ਅਸੀਂ ਅਗਰ ਜਦੋਂ ਵਰਲਡ ਬੋਲਤਾ, ਵਰਲਡ ਮਤਲਬ ਦੁਨੀਆ, ਅਗਰ ਅਸੀਂ ਵਰਲਡ ਬੋਲਤਾ ਤਾਂ ਸਾਰੇ ਦੇਸ਼ ਆਪੇ ਹੀ ਵਿੱਚ ਆ ਗਏ। ਕਲੀਅਰ ਹੋ ਰਹੀ ਚੀਜ਼? ਸਮਝ ਲੱਗ ਰਹੀ ਹੈ? ਇੱਦਾਂ ਹੀ ਜੇ ਆਪਾਂ ਸਪੋਜ਼ ਕਰੋ ਵਰਡ ਇੰਟਰੋਡਿਊਸ ਕਰ ਦਈਏ ਇੰਡੀਆ, ਤਾਂ ਫਿਰ ਸਾਨੂੰ ਸਾਰੀਆਂ ਸਟੇਟਸ ਬੋਲਣ ਦੀ ਲੋੜ ਨਹੀਂ ਹੈਗੀ। ਅਗਰ ਆਪਾਂ ਇੰਡੀਆ ਬੋਲਤਾ ਨਾ, ਵਿੱਚ ਹੀ ਪੰਜਾਬ ਆ ਗਿਆ, ਵਿੱਚ ਹੀ ਹਰਿਆਣਾ ਆ ਗਿਆ, ਵਿੱਚ ਹੀ ਉੱਤਰ ਪ੍ਰਦੇਸ਼ ਆ ਗਿਆ, ਉੱਤਰਾਂਚਲ ਆ ਗਿਆ, ਸਾਰੀਆਂ ਸਟੇਟਸ ਕਵਰਡ ਹੋ ਗਈਆਂ ਅਗਰ ਆਪਾਂ ਕੰਟਰੀ ਦਾ ਨਾਮ ਲੈ ਲਿਆ। ਇੱਦਾਂ ਹੀ ਜਦੋਂ ਆਪਾਂ ਬੁੱਕਸ ਆਫ ਅਕਾਊਂਟਸ ਬੋਲਦੇ ਹਾਂ ਨਾ, ਤਾਂ ਅਕਾਊਂਟਸ ਦੇ ਵਿੱਚ ਬਣਨ ਵਾਲੀ ਹਰ ਇੱਕ ਬੁੱਕ, ਚਾਹੇ ਉਹ ਜਰਨਲ ਬੁੱਕ ਹੈ, ਚਾਹੇ ਉਹ ਲੈਜਰ ਬੁੱਕ ਹੈ, ਚਾਹੇ ਉਹ ਤੁਹਾਡਾ ਫਾਈਨਲ ਅਕਾਊਂਟਸ ਹੈ, ਚਾਹੇ ਤੁਹਾਡਾ ਬੈਂਕ ਰਿਕੌਂਸੀਲੇਸ਼ਨ ਸਟੇਟਮੈਂਟ ਹੈ, ਚਾਹੇ ਤੁਹਾਡੀ ਕੈਸ਼ ਬੁੱਕ ਹੈ, ਚਾਹੇ ਤੁਹਾਡੀ ਪਰਚੇਜ਼ ਬੁੱਕ ਹੈ, ਚਾਹੇ ਤੁਹਾਡੀ ਸੇਲਸ ਬੁੱਕ ਹੈ, ਚਾਹੇ ਪਰਚੇਜ਼ ਰਿਟਰਨ ਬੁੱਕ ਹੈ, ਚਾਹੇ ਸੇਲਸ ਰਿਟਰਨ ਬੁੱਕ ਹੈ, ਜਿੰਨੀਆਂ ਵੀ ਬੁੱਕਸ ਬਣਨੀਆਂ ਨਾ ਅਕਾਊਂਟਸ ਦੇ ਵਿੱਚ, ਉਹਦੇ ਲਈ ਆਪਾਂ ਇੱਕ ਵਰਡ ਯੂਜ਼ ਕਰ ਲਿਆ, ਬੁੱਕਸ ਆਫ ਅਕਾਊਂਟਸ। ਸਮਝ ਲੱਗਦੀ ਵੀ ਜੀ? ਤਾਂ ਸਾਨੂੰ ਅਲੱਗ-ਅਲੱਗ ਲਹਿਦਾ ਬੁੱਕਸ ਦਾ ਨਾਮ ਬੋਲਣ ਦੀ ਲੋੜ ਨਹੀਂ ਹੈਗੀ। ਅਸੀਂ ਕਿਸੇ ਨੂੰ ਬੋਲਤਾ ਯਾਰ ਤੁਸੀਂ ਆਪਣੀ ਬੁੱਕਸ ਆਫ ਅਕਾਊਂਟਸ ਲੈ ਕੇ ਆਓ, ਤਾਂ ਫਿਰ ਬੁੱਕਸ ਆਫ ਅਕਾਊਂਟਸ ਦਾ ਮਤਲਬ ਹੈ ਕਿ ਜੋ ਕੁਝ ਤੁਹਾਡੇ ਕੋਲ ਅਕਾਊਂਟਸ ਦਾ ਬਣਿਆ ਹੋਇਆ ਨਾ, ਉਹ ਸਾਰਾ ਕੁਝ ਲੈ ਕੇ ਆਓ। ਆਪਾਂ ਨੂੰ ਫਿਰ ਅਲੱਗ ਕਰਕੇ ਬੋਲਣ ਦੀ ਲੋੜ ਨਹੀਂ ਹੈਗੀ, ਤੂੰ ਇਹ ਬੁੱਕ ਲੈ ਕੇ ਆ, ਬੁੱਕ ਨੰਬਰ 2 ਲੈ ਕੇ ਆ, ਬੁੱਕ ਨੰਬਰ 3 ਲੈ ਕੇ ਆ। ਉਹਨੂੰ ਸਿੰਪਲੀਫਾਈਡ ਵਰਜਨ 'ਚ ਬੋਲਤਾ ਬੁੱਕਸ ਆਫ ਅਕਾਊਂਟਸ। ਹੁਣ ਇੱਥੇ ਸਾਡੀ ਜਿਹੜੀ ਬੁੱਕ ਕੀਪਿੰਗ ਹੈ ਨਾ, ਇੱਥੇ ਸਾਡੀ ਬੁੱਕ ਕੀਪਿੰਗ ਦਾ ਮਤਲਬ ਹੋਏਗਾ ਬੁੱਕਸ ਆਫ ਅਕਾਊਂਟਸ। ਅੱਛਾ ਹੁਣ ਕੀਪਿੰਗ ਦਾ ਮਤਲਬ ਮੈਂ ਕੀ ਬੋਲਿਆ ਸੀ? ਮੇਨਟੇਨੈਂਸ। ਹੁਣ ਜਿਵੇਂ ਤੁਸੀਂ 10th ਸਟੈਂਡਰਡ ਤੱਕ ਜਿਹੜੀਆਂ ਬੁੱਕਸ ਬਣਾਉਂਦੇ ਸੀਗੇ, ਕੋਈ ਬੱਚਾ ਮੈਥਸ ਦੀ ਨੋਟਬੁੱਕ ਆਪਣੇ ਤਰੀਕੇ ਨਾਲ ਬਣਾ ਰਿਹਾ ਹੈ, ਕੋਈ ਬੱਚਾ ਸਾਇੰਸ ਦੀ ਨੋਟਬੁੱਕ ਆਪਣੇ ਤਰੀਕੇ ਨਾਲ ਬਣਾ ਰਿਹਾ ਹੈ। ਹਰ ਇੱਕ ਬੱਚੇ ਦਾ ਨਾ ਹੈਂਡਰਾਈਟਿੰਗ ਕਰਨ ਦਾ ਤਰੀਕਾ, ਹਰ ਇੱਕ ਬੱਚੇ ਦਾ ਕੁਐਸਚਨ ਨੂੰ ਸ਼ੁਰੂ ਕਰਨ ਦਾ ਤਰੀਕਾ, ਹਰ ਇੱਕ ਬੱਚੇ ਦਾ ਕੁਐਸਚਨ ਤੋਂ ਬਾਅਦ ਆਨਸਰ ਕਰਨ ਦਾ ਤਰੀਕਾ ਆਪਣਾ ਹੀ ਹੁੰਦਾ ਹੈ। ਮਤਲਬ ਕਿ ਸਾਨੂੰ ਇੱਕ ਗੋਡ ਫੀਚਰ ਹੁੰਦਾ ਵਾ ਸਾਡਾ, ਕਿ ਅਸੀਂ ਕੁਐਸਚਨ ਨੂੰ ਕਿਸ ਤਰੀਕੇ ਨਾਲ ਲਿਖ ਰਹੇ ਹਾਂ। ਹਰ ਇੱਕ ਬੱਚੇ ਦਾ ਕੁਐਸਚਨ ਲਿਖਣ ਦਾ ਤਰੀਕਾ ਆਪਣਾ ਵੈ, ਹਰ ਇੱਕ ਬੱਚੇ ਦਾ ਆਨਸਰ ਲਿਖਣ ਦਾ ਤਰੀਕਾ ਆਪਣਾ ਵੈ। ਕੋਈ ਬੱਚਾ ਪੇਜ ਛੋੜਦਾ ਵੈ, ਕੋਈ ਬੱਚਾ ਉੱਪਰੋਂ ਪੇਜ ਛੋੜਦਾ, ਕੋਈ ਲੈਫਟ ਸਾਈਡ ਬਾਰਡਰ ਛੋੜਦਾ, ਕੋਈ ਰਾਈਟ ਸਾਈਡ ਬਾਰਡਰ ਛੋੜਦਾ ਵੈ। ਇਹ ਹਰ ਇੱਕ ਬੱਚੇ ਦਾ ਆਪਣਾ ਤਰੀਕਾ ਹੁੰਦਾ। ਇਹਦਾ ਮਤਲਬ ਹਰ ਇੱਕ ਬੱਚਾ ਜੋ ਬੁੱਕਸ ਬਣਾ ਰਿਹਾ ਸੀ ਨਾ, ਮੇਨਟੇਨੈਂਸ ਕਰ ਰਿਹਾ ਸੀ, ਉਹ ਆਪਣੇ ਤਰੀਕੇ ਨਾਲ ਕਰ ਰਿਹਾ ਸੀ। ਪਰ ਆਪਾਂ ਬੈਠੇ ਇੱਥੇ ਜਿਹੜੀ ਮੇਨਟੇਨੈਂਸ ਸਿੱਖਣੀ ਹੈ ਨਾ, ਸਿਸਟਮੈਟਿਕ ਵੇ ਨਾਲ ਸਿੱਖਣੀ ਹੈ। ਆਪਾਂ ਜਿਹੜਾ +1 ਅਕਾਊਂਟਸ ਤੇ +1 ਕਾਮਰਸ ਦੇ ਵਿੱਚ ਜਿਹੜਾ ਅਸੀਂ ਅਕਾਊਂਟਸ ਪੜ੍ਹਨ ਲੱਗੇ ਹਾਂ, ਸਾਨੂੰ ਬੁੱਕਸ ਆਫ ਅਕਾਊਂਟਸ ਨੂੰ ਸਿਸਟਮੈਟਿਕ ਵੇ ਦੇ ਨਾਲ ਮੇਨਟੇਨ ਕਰਨਾ ਹੈ। ਔਰ ਇਸ ਸਿਸਟਮੈਟਿਕ ਵੇ ਦੇ ਨਾਲ ਮੇਨਟੇਨ ਕਰਨ ਵਾਸਤੇ ਸਾਨੂੰ ਇਹ ਸਬਜੈਕਟ ਨੂੰ ਇੰਟਰੋਡਿਊਸ ਕਰਨਾ ਪਏ। ਮਤਲਬ ਕਿ ਅਗਰ ਬੁੱਕ ਕੀਪਿੰਗ ਆਪਾਂ ਸਿੱਖ ਲਵਾਂਗੇ, ਅਸੀਂ ਬੁੱਕਸ ਆਫ ਅਕਾਊਂਟਸ ਨੂੰ ਮੇਨਟੇਨ ਕਰਨਾ ਸਿਸਟਮੈਟਿਕ ਵੇ ਦੇ ਨਾਲ ਅਗਰ ਆਪਾਂ ਸਿੱਖ ਲਵਾਂਗੇ, ਤਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਕਿਤੇ ਵੀ ਬੈਠੇ ਹੋਵਾਂਗੇ ਤਾਂ ਸਾਡੀਆਂ ਬੁੱਕਸ ਜਿਹੜੀਆਂ ਹੋਣਗੀਆਂ ਹਰ ਜਗ੍ਹਾ 'ਤੇ ਐਕਸੈਪਟੇਬਲ ਹੋਣਗੀਆਂ।
ਅਗਰ ਅਸੀਂ ਪੰਜਾਬ ਦੇ ਵਿੱਚ ਬਹਿ ਕੇ ਸਿਸਟਮੈਟਿਕ ਵੇ ਦੇ ਨਾਲ ਅਸੀਂ ਆਪਣੀ ਬੁੱਕਸ ਮੇਨਟੇਨ ਕਰ ਰਹੇ ਹਾਂ ਤਾਂ ਸਾਡੀਆਂ ਬੁੱਕਸ ਮਹਾਰਾਸ਼ਟਰ ਦੇ ਵਿੱਚ ਵੀ ਵੈਲਿਡ ਮੰਨੀਆਂ ਜਾਣਗੀਆਂ। ਅਗਰ ਕੋਈ ਪਰਸਨ ਦਿੱਲੀ ਤੋਂ ਬਹਿ ਕੇ ਬੁੱਕਸ ਆਫ ਅਕਾਊਂਟਸ ਨੂੰ ਮੇਨਟੇਨ ਕਰ ਰਿਹਾ ਵੈ ਤਾਂ ਉਹਦੀਆਂ ਬੁੱਕਸ ਹਰਿਆਣੇ ਵਿੱਚ ਵੀ ਵੈਲਿਡ ਮੰਨੀਆਂ ਜਾਣਗੀਆਂ। ਤੁਸੀਂ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਤੇ ਬਹਿ ਕੇ ਬੁੱਕਸ ਆਫ ਅਕਾਊਂਟਸ ਨੂੰ ਅਗਰ ਸਿਸਟਮੈਟਿਕ ਵੇ ਦੇ ਨਾਲ ਮੇਨਟੇਨ ਕਰੋਗੇ ਤਾਂ ਤੁਹਾਡੀਆਂ ਬੁੱਕਸ ਜਿਹੜੀਆਂ ਹੋਣਗੀਆਂ, ਬੁੱਕਸ ਆਫ ਅਕਾਊਂਟਸ ਜਿਹੜੀਆਂ ਹੋਣਗੀਆਂ, ਹਰ ਜਗ੍ਹਾ ਦੇ ਉੱਪਰ ਐਕਸੈਪਟੇਬਲ ਹੋਣਗੀਆਂ। ਹੁਣ ਜਿਹੜਾ ਉਹ ਸਿਸਟਮੈਟਿਕ ਵੇ ਹੈ ਨਾ, ਉਹੀ ਆਪਾਂ ਤੁਹਾਨੂੰ ਸਮਝਾਉਣਾ ਹੈ +1 ਦੇ ਵਿੱਚ ਕਿ ਉਹ ਸਿਸਟਮੈਟਿਕ ਵੇ ਕਿਹੜਾ ਹੋਏਗਾ, ਕਿ ਬੁੱਕਸ ਆਫ ਅਕਾਊਂਟਸ ਨੂੰ ਲਿਖਣ ਦਾ ਕਿਹੜਾ ਤਰੀਕਾ ਹੋਏਗਾ। ਉਹ ਸਾਰਿਆਂ ਦਾ ਬੇਟੇ ਕਾਮਨ ਤਰੀਕਾ ਹੈ, ਉਹ ਸਾਰੀ ਦੁਨੀਆ ਦੇ ਲਈ ਇੱਕ ਕਾਮਨ ਰੂਲਸ ਬਣਾਏ ਗਏ ਹੈ ਅਕਾਊਂਟੈਂਸੀ ਦੇ, ਕਲੀਅਰ ਹੋ ਰਹੀ ਚੀਜ਼। ਔਰ ਉਹ ਕਾਮਨ ਰੂਲਸ ਦੇ ਅਕੋਰਡਿੰਗਲੀ ਹਰ ਇੱਕ ਪਰਸਨ ਕੀ ਕਰੇਗਾ, ਮੇਨਟੇਨੈਂਸ ਆਫ ਬੁੱਕਸ। ਕਿਉਂਕਿ ਹਰ ਇੱਕ ਦੇ ਲਈ ਅਗਰ ਕਾਮਨ ਰੂਲ ਹੋਏਗਾ ਤਾਂ ਫਿਰ ਕੋਈ ਵੀ ਬੰਦਾ ਉਹਨੂੰ ਚੈੱਕ ਕਰ ਸਕਦਾ ਹੈ, ਕਲੀਅਰ ਹੋ ਰਹੀ ਚੀਜ਼। ਮਤਲਬ ਕਿ ਚਾਹੇ ਤੁਸੀਂ CBSE ਸਟੈਂਡਰਡ ਦੇ ਅੰਦਰ ਹੋ, ਚਾਹੇ ਪੰਜਾਬ ਬੋਰਡ ਸਟੈਂਡਰਡ ਦੇ ਅੰਦਰ ਹੋ, ਚਾਹੇ ISC ਬੋਰਡ ਦੇ ਅੰਦਰ ਹੋ, ਜਾਂ ਤੁਸੀਂ ਕਿਸੇ ਵੀ ਬੋਰਡ ਦੇ ਅੰਦਰ ਹੋ, ਮਹਾਰਾਸ਼ਟਰ ਬੋਰਡ ਦੇ ਅੰਦਰ ਹੋ, ਹਿਮਾਚਲ ਪ੍ਰਦੇਸ਼ ਬੋਰਡ ਦੇ ਅੰਦਰ ਹੋ, ਕਿਸੇ ਵੀ ਬੋਰਡ ਦੇ ਅੰਦਰ ਹੋ, ਹਰ ਕਿਸੇ ਨੂੰ ਬੁੱਕਸ ਆਫ ਅਕਾਊਂਟਸ ਦੀ ਮੇਨਟੇਨੈਂਸ ਦਾ ਤਰੀਕਾ ਸਿਮਿਲਰ ਹੀ ਹੋਏਗਾ।